ਉਹ ਜਰਮਨ ਵਾਲਿਆਂ ਨੇ ਕੋਈ ਵਿਦਵਾਨ ਲਿਆ ਇੰਡੀਆ ਤੋਂ, ਉਹ ਦੱਸ ਰਿਹਾ ਸੀ, ਕਹਿੰਦਾ ਇਹਨਾਂ ਵਿਰੋਧਾਂ ਰਾਹੀਂ, ਇਹਨਾਂ ਮੁਜ਼ਾਹਰਿਆਂ ਰਾਹੀਂ, ਜਲਸੇ ਜਲੂਸਾਂ ਰਾਹੀਂ ਸਾਡੇ ਆਗੂਆਂ ਨੇ ਬਹੁਤ ਕੁਝ ਪ੍ਰਾਪਤ ਕੀਤਾ। ਉਹਨੇ ਉਦਾਹਰਣ ਦਿੱਤੀ, ਕਹਿੰਦਾ 1916 ਵਿੱਚ ਹਿੰਦੂ ਤੇ ਮੁਸਲਮਾਨ ਕਮਿਊਨਿਟੀ ਦੇ ਆਗੂ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ। ਉਹਨੇ ਸਿੱਖਾਂ ਨੂੰ ਵਿੱਚ ਨਾ ਲਿਆ। ਮੀਟਿੰਗ ਕਰਕੇ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਇਸ ਦੇਸ਼ ਨੂੰ ਧਰਮ ਦੇ ਆਧਾਰ ਤੇ ਵੰਡ ਲੈਣਾ। ਤੇ ਸਿੱਖ ਆਗੂਆਂ ਨੂੰ ਕਹਿੰਦਾ ਪਤਾ ਲੱਗਾ ਤੇ ਉਹ ਗੁੱਸੇ ਹੋ ਗਏ, ਉਹਨੇ ਬੁਰਾ ਮਨਾਇਆ। ਤੇ ਇੰਡੀਆ ਦੇ ਵਿੱਚ ਦੋਏ ਧਰਮ ਆ, ਇਹ ਕਿੱਦਾਂ ਹੋ ਗਿਆ? ਸਾਡਾ ਤਾਂ ਰਾਜ ਖੋਇਆ ਗਿਆ, ਅੰਗਰੇਜ਼ਾਂ ਨੇ ਸਾਡੇ ਕੋਲੋਂ ਰਾਜ ਖੋਇਆ, ਅੱਜ ਅੰਗਰੇਜ਼ ਰਾਜ ਕਰਦੇ ਆ। ਇਹ ਤੁਸੀਂ ਕਿੱਦਾਂ ਫੈਸਲਾ ਕਰ ਲਿਆ ਇਕੱਲਿਆਂ ਨੇ ਦੋ ਹਿੱਸਿਆਂ 'ਚ ਵੰਡ ਲੈਣਾ? ਜਦ ਕਿ ਸਾਰਿਆਂ ਨੂੰ ਪਤਾ ਵੀ ਜਿਨਾਹ ਦੇ ਪਿਕਚਰ ਵਿੱਚ ਆਉਣ ਤੱਕ ਉਹਨਾਂ ਦੇ ਕੋਲ ਵੱਖਰੇ ਮੁਲਕ ਦੀ ਕੋਈ ਪਲੈਨਿੰਗ ਨਹੀਂ ਸੀ। ਮੁਸਲਮਾਨ ਕਮਿਊਨਿਟੀ ਸਿਰਫ ਸ਼ਰਤਾਂ ਲਾ ਰਹੀ ਸੀ। ਦੂਜੀ ਸੰਸਾਰ ਜੰਗ ਦੇ ਖਤਮ ਹੋਣ ਤੱਕ ਅੰਗਰੇਜ਼ਾਂ ਦੇ ਕੋਲ ਵੀ ਕੰਟਰੀ ਛੱਡ ਕੇ ਜਾਣ ਦੀ ਕੋਈ ਪਲੈਨਿੰਗ ਨਹੀਂ ਸੀ। ਜਿਹੜੇ ਲੀਡਰ ਆ, ਜਿਹੜੇ ਥਲੜੇ ਬੰਦੇ ਆ, ਜਦੋਂ ਅਸੀਂ ਭਗਤ ਸਿੰਘਾਂ ਦੀ ਗੱਲ ਕਰਦੇ ਆ ਨਾ, ਉਹ ਲੀਡਰਾਂ ਦੇ ਵਿੱਚ ਨਹੀਂ ਆਉਂਦੇ। ਉਹ ਵੀ ਦੂਜੀ ਸੰਸਾਰ ਜੰਗ ਦੇ ਖਤਮ ਹੋਣ ਤੋਂ ਬਾਅਦ ਦੀ ਗੱਲ ਆ। ਮੈਨੂੰ ਲੱਗਦਾ 1923 ਦੇ ਵਿੱਚ ਫਾਂਸੀ ਹੋਈ ਉਹਨੂੰ। ਜਦੋਂ ਗਦਰੀ ਬਾਬਿਆਂ ਦੀ ਲਹਿਰ ਦੀ ਗੱਲ ਕਰਦੇ ਆ, ਕਾਮਾਗਾਟਾ ਮਾਰੂ ਲਹਿਰ ਦੀ ਗੱਲ ਕਰਦੇ, ਉਹ ਲਹਿਰਾਂ ਇਸ ਆਜ਼ਾਦੀ ਨੂੰ ਮੁੱਖ ਰੱਖ ਕੇ ਨਹੀਂ ਸੀ, ਉਹ ਤਾਂ ਆਮ ਲੋਕਾਂ ਨੇ ਲਾਲਾ ਲਾਲਾ ਕਰਕੇ ਰੌਲਾ ਪਾਇਆ ਸੀ ਔਰ ਕਿੰਨੇ ਵੱਡੇ ਤੌਰ ਤੇ ਪੇਸ਼ ਕੀਤਾ ਗਿਆ ਉਹਨੂੰ। ਅਸੀਂ ਜੋ ਅੱਜ ਜਿਹੜੇ ਲੋਕ ਇਹਦੇ ਵਿੱਚ ਇਨਵੋਲਵ ਆ, ਜਿਹੜੇ ਜ਼ਮੀਨਾਂ ਵਾਲੇ ਆ, ਜਿਹੜੇ ਜਿਨ੍ਹਾਂ ਨੂੰ ਇਹ ਕਿਤੇ ਨਾ ਕਿਤੇ, ਮੇਰੀ ਘੱਟੋ ਘੱਟ 500 ਬੰਦੇ ਨਾਲ ਗੱਲ ਹੋਈ ਆ, ਕੱਲੇ ਨਾਲ, ਭੀੜ ਦੇ ਵਿੱਚ ਨਹੀਂ, ਕੱਲੇ ਨਾਲ। ਇਦਾਂ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਵੀ ਪ੍ਰੋਬਲਮ ਦੱਸੋ ਕੀ ਆ, ਉਹ ਕਿਤੇ ਨਾ ਕਿਤੇ ਜਾ ਕੇ ਦੇਖੋ ਜੀ, ਇਹ ਤਾਂ ਫਿਰ ਮਾਫੀਆ ਕੇ ਪੰਜਾਬ 'ਚ ਬਹਿ ਜਾਊਗਾ। ਜੇ ਸਰਕਾਰ ਨੇ ਫਸਲ ਨਾ ਖਰੀਦੀ ਫਿਰ ਤਾਂ ਉਹ ਗੁੰਡੇ ਆ ਕੇ ਬਹਿ ਜਾਣਗੇ। ਮੈਂ ਕਿਹਾ ਵੀ ਜਦੋਂ ਉਹਨਾਂ ਨੇ ਸੈਂਟਰ ਨੇ ਕਾਨੂੰਨ ਬਣਾਇਆ, ਉਹ ਕਹਿ ਰਹੇ ਆ ਵੀ ਜਿਹੜਾ ਸਟੇਟ ਦਾ ਮੁੱਖ ਮੰਤਰੀ ਆ ਉਹਨੂੰ ਨਹੀਂ ਅਸੀਂ ਰੋਕ ਰਹੇ, ਉਹਦੀ ਮਰਜ਼ੀ ਆ ਕਾਨੂੰਨ ਲਾਗੂ ਕਰਨਾ ਜਾਂ ਨਹੀਂ ਕਰਨਾ। ਸਟੇਟ ਆਪਣੇ ਤੌਰ ਤੇ ਕਹਿ ਦੇਵੇ ਵੀ ਮੰਡੀ, ਇਹ ਜਿਹੜਾ ਮੰਡੀ ਬੋਰਡ ਆ ਅਸੀਂ ਪੰਜਾਬ ਆਪਣੇ ਸਟੇਟ ਦੇ ਤੌਰ ਤੇ ਬਣਾਉਣੇ ਆ। ਹੁਣ ਜਦੋਂ ਅਸੀਂ ਕਹਿੰਦੇ ਆ ਵੀ ਸਰਕਾਰ, ਸੈਂਟਰ ਦੇ ਕੋਲ ਤਾਂ ਪੈਸਾ ਇੰਨਾ ਜ਼ਿਆਦਾ, ਜਿਹੜੀਆਂ ਸਟੇਟਾਂ ਦੀਆਂ ਸਰਕਾਰਾਂ ਉਹ ਕੀ ਕਰਨਗੀਆਂ? ਜੇ ਅੰਬਾਨੀ ਜਿਹੜੇ ਆ, ਇਹਨਾਂ ਦੇ ਪੈਸੇ ਵਾਲੇ ਬੰਦੇ ਆ, ਜੇ ਸਾਨੂੰ ਇਹ ਲੱਗਦਾ ਵੀ ਉਹ ਕੱਲੇ ਨੇ ਆਪਣੀਆਂ ਏਜੰਸੀਆਂ ਖੋਲ ਕੇ ਆਪਣੇ ਬੰਦੇ ਬਿਠਾ ਕੇ ਖਰੀਦ ਲੈਣੀ ਆ, ਸਾਰਾ ਕੁਝ ਕਰ ਲੈਣਾ, ਮੋਨੋਪੋਲੀ ਹੋ ਜਾਣੀ ਆ, ਤਾਂ ਜੇ ਉਹ ਕੱਲੇ ਬੰਦੇ ਕਰ ਸਕਦੇ ਆ, ਕੀ ਪੰਜਾਬ ਸਰਕਾਰ ਨਹੀਂ ਕਰ ਸਕਦੀ? ਜੇ ਅਸੀਂ ਉਹਨਾਂ ਵੱਲ ਨੂੰ ਧਿਆਨ ਦੇਵਾਂਗੇ, ਜਿਹੜੇ ਬੰਦੇ ਉੱਥੇ ਬੈਠੇ ਆ ਉਹਨਾਂ ਤੇ ਇਹਨਾਂ ਗੱਲਾਂ ਦਾ ਦਬਾਅ ਪਾਵਾਂਗੇ, ਸਾਡੀ ਡਿਲੀਵਰੀ ਜਿਹੜੀ ਆ, ਸਾਡੀ ਡਿਮਾਂਡ ਆ ਜਿਹੜੀ, ਉਹ ਇਦਾਂ ਦੀ ਹੋਊਗੀ ਤੇ ਉਹਨਾਂ ਨੂੰ ਪਤਾ ਲੱਗੂਗਾ, ਉਹ ਫੀਲਡ ਦੇ ਵਿੱਚ ਆਉਣਗੇ। ਅੱਜ ਉਹ ਕਿਸੇ ਵੀਰ ਨੇ ਕਹਾਣੀ ਭੇਜੀ ਇੱਕ, ਕਹਿੰਦੇ ਇੱਕ ਪਿੰਡ ਦੇ ਵਿੱਚ ਬਾਹਰ ਜਾਣ ਦਾ ਇੱਕੋ ਇੱਕ ਰਸਤਾ ਸੀ, ਉਹਦੇ ਤੇ ਕੋਈ ਭਲਵਾਨ ਬੈਠਾ ਸੀ ਤੇ ਉਹਨੇ ਹੱਥ ਦੇ ਵਿੱਚ ਕੁਛ ਹਥਿਆਰ, ਕੁਛ ਮੁਦਗਰ, ਕੁਛ ਫੜਿਆ ਸੀ, ਉਹਨੇ ਕੋਈ ਡੰਡਾ ਸੀ, ਜਿਹੜਾ ਲੰਘਦਾ ਸੀ ਉਹ ਮਾਰਦਾ ਸੀ ਉਹਦੇ। ਉਹ ਕਹਿੰਦਾ ਸੀ ਮੈਨੂੰ ਪੈਸੇ ਦਿਓ ਨਹੀਂ ਤਾਂ ਮੈਂ ਮਾਰੂੰਗਾ, ਕੁੱਟੂੰਗਾ। ਕੁਛ ਟਾਈਮ ਪਿਆ, ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਤੇ ਪਿੰਡ ਦਾ ਮੁਖੀਆ ਸਬੱਬ ਨਾਲ ਬਦਲ ਗਿਆ। ਉਹ ਮੁਖੀਏ ਨੇ ਕੀ ਕੀਤਾ, ਉਹਨੂੰ ਪਿੰਡ ਦੇ ਦੂਜੇ ਪਾਸੇ ਇੱਕ ਰਾਹ ਹੋਰ ਬਣਾ ਦਿੱਤਾ। ਹੁਣ ਜਿਹੜੇ ਇਤਰਾਜ਼ ਸੀ ਨਾ ਉਹਨਾਂ ਲੋਕਾਂ ਦੇ ਵੀ ਇਹ ਨਵਾਂ ਕੰਮ ਕਿਉਂ ਸ਼ੁਰੂ ਕੀਤਾ, ਜਦੋਂ ਰਾਹ ਹੈਗਾ ਆ ਪਿੰਡ ਦੇ, ਉਹ ਕਹਿੰਦਾ ਜਿਹੜਾ ਹੈਗਾ ਆ ਮੈਂ ਉਹਨੂੰ ਬੰਦ ਨਹੀਂ ਕਰਨ ਲੱਗਾ, ਮੈਂ ਤਾਂ ਜਿਹਦੀ ਮਰਜ਼ੀ ਆ ਉਹ ਇਸ ਰਾਹੇ ਚੱਲ ਜਾਵੇ, ਜਿਹੜਾ ਨਹੀਂ ਉੱਥੇ ਪੈਸੇ ਦੇਣੇ ਚਾਹੁੰਦਾ। ਹੁਣ ਜਿਹੜਾ ਨਜ਼ਰੀਆ ਆ ਸਾਡਾ, ਜਿਹੜੀ ਸਾਨੂੰ ਵਿਕਟਿਮਾਈਜ਼ ਆਪਣੇ ਆਪ ਨੂੰ ਕਰਨ ਦੀ, ਆਪਣੇ ਆਪ ਨੂੰ ਤਰਸਯੋਗ ਬਣਾ ਕੇ ਲੋਕਾਂ ਮੂਹਰੇ ਰੱਖ ਕੇ ਇੰਪੋਰਟੈਂਸ ਲੈਣ ਦੀ ਬਿਮਾਰੀ ਲੱਗ ਗਈ ਆ, ਆਦਤ ਪੈ ਗਈ ਆ। ਕਿਹੜੇ ਲੋਕ ਆ ਜਿਹੜੇ ਅਸੀਂ ਅੱਜ ਪੁਰਾਣੇ ਇਤਿਹਾਸ ਦੀਆਂ ਸਟੇਟਮੈਂਟਾਂ ਦੇ ਕੇ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਉਹ ਵਾਂ, ਸਾਡੇ ਵੱਡੇ ਵਡੇਰੇ ਉਹ ਸੀ,
ਉਹਦੇ ਰਾਹੀਂ ਉਹਨਾਂ ਤੋਂ ਸਿੱਖਿਆ ਲੈ ਕੇ, ਉਹਨਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਅੱਜ ਦੀ ਸਥਿਤੀ 'ਚ ਬੈਠੇ ਆ। ਖਿਆਲ ਰੱਖਿਓ, ਜਦੋਂ ਸਾਡੇ ਵੱਡਿਆਂ ਨੇ ਇਹ ਕੁਛ ਕਰ ਦਿੱਤਾ, ਅੱਜ ਸਾਡਾ ਬਸ ਚੱਲਿਆ, ਸਾਡੀ ਗੱਲ ਨਾ ਮੰਨੀ, ਸਾਡੇ ਮੂਹਰੇ ਤੁਸੀਂ ਅੜੇ, ਤੇ ਅਸੀਂ ਵੀ ਉਹੋ ਜਿਹਾ ਸਿੱਟੇ ਕੱਢਾਂਗੇ। ਅਸੀਂ ਇਤਿਹਾਸ ਦੇ ਹਵਾਲੇ ਦੇ ਕੇ ਉਹ ਚੈਪਟਰ ਸੁਣਾ ਕੇ ਸੰਸਾਰ ਨੂੰ ਇਹ ਦਿਖਾਉਣਾ ਚਾਹੁੰਦੇ ਆ। ਪਰ ਕੀ ਜ਼ਰੂਰੀ ਆ ਦੇਖਣੇ ਵਾਲਾ ਜਿਹੜੇ ਨਜ਼ਰੀਏ ਨਾਲ ਅਸੀਂ ਉਹ ਘਟਨਾ ਦੱਸ ਰਹੇ ਆ ਉਹ ਸੁਣ ਕੇ ਉਹੀ ਨਜ਼ਰੀਆ ਅਪਣਾਊਗਾ? ਇਹ ਜ਼ਰੂਰੀ ਆ? ਜੇ ਉਹ ਸਾਡੀ ਔਕਾਤ ਜਾਣ ਗਿਆ, ਸਾਨੂੰ ਦੇਖ ਗਿਆ, ਸਾਡੀਆਂ ਅੱਜ ਦੀਆਂ ਸਟੇਟਮੈਂਟਾਂ ਦੇਖ ਗਿਆ, ਅੱਜ ਦੀਆਂ ਜੋ ਫੁਕਰੀਆਂ ਮਾਰ ਰਹੇ, ਜਿੱਦਾਂ ਮੋਰਾ ਵਾਲੀ ਕਹਿ ਰਿਹਾ, ਜਿੱਦਾਂ ਸਾਡੇ ਚੈਨਲਾਂ ਵਾਲੇ ਉਹ ਚੱਕ ਕੇ ਯਾਦਵਿੰਦਰ ਵਰਗੇ ਜਿਹੜੇ ਸਿਆਣੇ ਕਹਾਉਂਦੇ ਸੀ ਬੰਦੇ, ਉਹਨਾਂ ਦੀਆਂ ਵੀ ਸਟੇਟਮੈਂਟਾਂ ਸੁਣ ਕੇ ਦੇਖੋ ਤੁਸੀਂ। ਜਦੋਂ ਮੋਦੀ ਦੇ ਸੰਬੰਧ ਵਿੱਚ ਕਿਹਾ ਜਾ ਰਿਹਾ ਪਿਆ ਅੱਜ ਨੀਂਦ ਨਹੀਂ ਆਊਗੀ ਉਹਨੂੰ, ਅੱਜ ਵੀਰ ਨੇ 2-3 ਕਲਿੱਪ ਭੇਜੇ ਛੋਟੇ-ਛੋਟੇ, ਉਹ ਮੈਨੂੰ ਕਹਿੰਦਾ ਦੇਖੋ ਜੀ ਨੇਰੀ ਤਾਂ ਆ ਗਈ, ਨੇਰੀ ਤਾਂ ਝੁੱਲ ਗਈ ਆ। ਮੈਂ ਕਿਹਾ ਵੀਰਾ ਬਹੁਤ ਵਧੀਆ, ਜੇ ਹੋ ਜਾਏ ਇਹ 'ਚ ਨੁਕਸਾਨ ਕੀ ਆ ਕਿਸੇ ਦਾ? ਹੋਪ ਫॉर ਦੀ ਬੈਸਟ ਪਰ ਪ੍ਰਪੇਅਰ ਫॉर ਦੀ ਵਰਸਟ। ਬੁਰੇ ਲਈ ਤਿਆਰੀ ਵੀ ਰੱਖਿਓ। ਇੱਕ ਖਿਆਲ ਰੱਖਿਓ, ਜਿਨ੍ਹਾਂ ਨੇ ਦੁਨੀਆ 'ਚ 40-50 ਕੰਟਰੀ ਮੁਸਲਮਾਨਾਂ ਦੇ ਹੋਣ ਦੇ ਬਾਵਜੂਦ ਜੰਮੂ ਕਸ਼ਮੀਰ ਦਾ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਆ, ਬਣਿਆ ਹੋਇਆ ਸੀ, ਧਾਰਾ ਲਿਖੀ ਹੋਈ ਸੀ, ਉਹਨੂੰ ਦਿਨੇ ਦਿਹਾੜੇ ਉਜਾੜ ਕੇ ਉਹਨਾਂ ਬੰਦਿਆਂ ਨੂੰ ਇੱਕ ਵਿਦਰੋਹ ਵੀ ਨਹੀਂ ਕਰਨ ਦਿੱਤਾ। ਕਿਤੇ 5-7 ਹਜ਼ਾਰ ਬੰਦੇ ਦੀ ਵੀ ਕੋਈ ਇਦਾਂ ਦੀ ਵੀਡੀਓ ਨਹੀਂ ਚੈਨਲ ਦੇ ਉੱਤੇ ਆਈ, ਇੰਟਰਨੈਟ ਬੰਦ ਕਰ ਦਿੱਤਾ, ਘਰਾਂ ਦੇ ਵਿੱਚ ਅੰਦਰ ਹੁੜ ਦਿੱਤੇ। ਕਰੋਨਾ ਆਇਆ, ਲੋਕ ਚੀਕਾਂ ਮਾਰਦੇ ਰਹੇ, 10-10 ਹਜ਼ਾਰ ਟਰੱਕ ਇੱਕ ਥਾਂ ਤੇ ਲਾਈਨ 'ਚ ਖੜਿਆ ਰਿਹਾ, ਸਮਾਨ ਖਰਾਬ ਹੋ ਗਿਆ, ਜਿੱਥੇ ਲੋਕਾਂ ਨੂੰ ਸੌਣ ਨੂੰ ਜਗ੍ਹਾ ਨਹੀਂ ਸੀ, ਕਰਫਿਊ ਲਾਇਆ ਅਗਲਿਆਂ ਨੇ, ਕਹਿੰਦੇ ਬੰਦ, ਇੱਕ ਪੱਤਾ ਨਹੀਂ ਹਿੱਲਣ ਦਿੱਤਾ ਉਹਨਾਂ ਨੇ। ਪਰ ਅੱਜ ਲੱਖਾਂ ਲੋਕ ਦਿੱਲੀ 'ਚ ਕਿੱਦਾਂ ਪਹੁੰਚ ਗਏ? ਜਿਹੜੀ ਸਖਤੀ ਜੰਮੂ ਕਸ਼ਮੀਰ 'ਚ ਕੀਤੀ ਆ, ਉਹ ਸਾਡੇ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੇ? ਕੀ ਉਹ ਸਭ ਤੋਂ ਡਰਦੇ ਆ ਜਾਂ ਉਹਨਾਂ ਦੀ ਚਾਲ ਆ? ਕਿਤੇ ਸਾਨੂੰ ਘੇਰ ਕੇ ਹੋਰ ਥਾਂ ਇਕੱਠੇ ਤਾਂ ਨਹੀਂ ਕੀਤਾ ਜਾ ਰਿਹਾ? ਜਦੋਂ ਲਾਲਾ ਜਗਤ ਰੈਣ ਦਾ ਕਤਲ ਦਿਨੇ ਦਿਹਾੜੇ ਹੋਇਆ, ਔਰ ਉਹ ਤੋਂ ਪਹਿਲਾਂ ਵੀ ਭਿੰਡਰਾਂ ਵਾਲੇ ਨੇ ਸਟੇਟਮੈਂਟ ਦਿੱਤੀ, ਉਹ ਤੋਂ ਬਾਅਦ ਵੀ ਦਿੱਤੀ, ਸਾਰੀ ਦੁਨੀਆ ਨੂੰ ਪਤਾ ਸੀ ਕਿ ਉਹਦਾ ਭਤੀਜਾ ਸੀ, ਫਿਰ ਵੀ ਉਹਨੂੰ ਅਰੈਸਟ ਕਰਨ ਤੋਂ ਬਾਅਦ ਛੱਡ ਕਿਉਂ ਦਿੱਤਾ ਗਿਆ? ਜਿੰਨਾ ਚਿਰ ਉਹਨਾਂ ਦਾ ਜੀ ਕਰਦਾ ਸੀ ਉਨਾ ਚਿਰ ਛੱਡਦੇ ਗਏ ਉਹ। ਜਿੱਦਣ ਉਹਨਾਂ ਦੇ ਟਾਰਗੇਟ ਦੇ ਥੱਲੇ ਆ ਗਏ, ਵੈਸੇ ਵੀ ਜਦੋਂ ਦੁਸ਼ਮਣ ਭੱਜ ਰਿਹਾ ਹੋਵੇ, 10ਵੇਂ ਪਾਤਸ਼ਾਹ ਦੇ ਵੇਲੇ ਦੀ ਇੱਕ ਸਾਖੀ ਕਥਾਕਾਰ ਸੁਣਾਉਂਦੇ ਹੁੰਦੇ ਆ, ਉਹ ਸੱਚ ਕਿੰਨੀ ਆ ਝੂਠ ਕਿੰਨੀ ਆ ਗੱਲ ਵੱਖਰੀ ਆ, ਪਰ ਇੱਕ ਨਜ਼ਰੀਆ ਜਿਹੜਾ ਉਹਦੇ ਰਾਹੀਂ ਮਿਲਦਾ ਉਹ ਬੜਾ ਕਮਾਲ ਦਾ। ਉਹ ਕਹਿੰਦੇ ਵੀ ਕਿਤੇ ਸ਼ਿਕਾਰ ਖੇਡਣ ਨਿਕਲੇ, ਕੁਛ ਗਿਣਤੀ ਦੇ 100-150 ਸਿੱਖ ਸੀ ਗੁਰੂ ਸਾਹਿਬ ਦੇ ਨਾਲ, ਘੋੜਿਆਂ ਤੇ ਸਵਾਰ, ਹਥਿਆਰ ਕੋਲ ਸੀ। ਉੱਥੇ ਗਿਆ ਤੇ ਕਿਸੇ ਵਿਰੋਧੀ ਦੀ, ਦੁਸ਼ਮਣ ਦੀ ਕੋਈ ਟੁਕੜੀ ਨੇ ਆ ਕੇ ਅਟੈਕ ਕਰ ਦਿੱਤਾ, ਤੇ ਗੁਰੂ ਸਾਹਿਬ ਨੇ ਜਿੱਦਾਂ ਸੀਗੇ ਹਥਿਆਰਾਂ ਦੇ ਨਾਲ ਆਪਣੇ ਨਾਲ ਦੇ ਸਿੰਘਾਂ ਨੂੰ ਪ੍ਰੇਰਨਾ ਦਿੱਤੀ, ਹੱਲਾ ਬੋਲ ਦਿੱਤਾ, ਜਵਾਬ ਦੇ ਦਿੱਤਾ ਉਹਨਾਂ ਨੂੰ। ਥੋੜੇ ਕੁਛ ਮਿੰਟਾਂ ਤੋਂ ਬਾਅਦ, ਥੋੜੀ ਜਿਹੀ ਝੜਪ ਤੋਂ ਬਾਅਦ ਉਹ ਬੰਦੇ ਖੇਰੂ ਹੋ ਗਏ, ਉਹ ਬੰਦੇ ਭੱਜ ਗਏ। ਤੇ ਕੁਛ ਜਿਹੜੇ ਜ਼ਿਆਦੇ ਮੋਰਾਂ ਵਾਲੀ ਵਰਗੇ ਸੀ ਤੇ ਅਸੀਂ ਤਾਂ ਅਕਲ ਸਿਖਾ ਕੇ ਹਟਾਂਗੇ, ਉਹ ਮਗਰ ਭੱਜ ਗਏ ਉਹਨਾਂ ਦੇ। ਹੁਣ ਗੁਰੂ ਸਾਹਿਬ ਨੇ ਕੀ ਕੀਤਾ? ਗਏ ਸ਼ਿਕਾਰ ਖੇਡਣ ਸੀ, ਉਹ ਬੰਦੇ ਆਏ, ਉਹਨੇ ਹਮਲਾ ਕੀਤਾ, ਇਹਨੇ ਵਿਰੋਧ ਕੀਤਾ, ਉਹ ਭੱਜ ਗਏ ਤੇ ਆਪਣੇ ਰਾਹੇ ਲੱਗ ਗਏ। ਇਹ ਸਾਵਧਾਨ ਹੋ ਗਏ। ਸਿੱਖਾਂ ਨੂੰ ਕਿਹਾ ਕਿ ਸਾਨੂੰ ਪਤਾ ਨਹੀਂ ਇਹਨਾਂ ਦੇ ਮਗਰ ਹੋਰ ਨਾ ਹੋਣ, ਸਾਨੂੰ ਮੁੜ ਜਾਣਾ ਚਾਹੀਦਾ, ਪਰ ਉਹ ਕੁਛ ਸੀ, ਉਹ ਮਗਰ ਭੱਜ ਗਏ। ਜਦੋਂ ਚਲ ਗਏ ਦੂਰ ਜਾ ਕੇ, ਅਗਲੇ ਨੇ ਦੇਖਿਆ ਕਿ ਥੋੜੇ ਜਣੇ ਗਿਣਤੀ ਦੇ ਵਿੱਚ ਉੱਥੇ ਵੀ ਘੇਰ ਲਏ। ਹੁਣ ਅੰਦਾਜ਼ਾ ਲਾ ਲਿਆ ਹੋਊਗਾ ਗੁਰੂ ਸਾਹਿਬ ਨੇ, ਉਹ ਸਿੱਖਾਂ ਨੂੰ ਲੈ ਕੇ ਮਗਰ ਚਲ ਗਿਆ, ਛੁਡਵਾ ਤਾਂ ਲਿਆਂਦਾ, ਪਰ ਇੱਕ ਨਸੀਹਤ ਉਹਨੂੰ ਦਿੱਤੀ ਕਿ ਭਾਈ ਜਦੋਂ ਅਸੀਂ ਰੁਕ ਗਏ ਸੀ, ਅਸੀਂ ਹੌਲੀ ਹੋ ਗਏ ਸੀ, ਅਸੀਂ ਪਿੱਛੇ ਨੂੰ ਮੁੜਨ ਦਾ ਸੋਚ ਰਿਹਾ ਸੀ, ਤੇ ਤੂੰ ਮਗਰ ਕਿਉਂ ਭੱਜਿਆ ਜਾ ਕੇ ਉਹਨਾਂ ਦੇ?
ਦੁਸ਼ਮਣ ਨੂੰ ਪਿੱਛੇ ਹਟਦੇ ਨੂੰ ਦੇਖ ਕੇ ਕਦੇ ਵੀ ਇਹ ਨਹੀਂ ਸੋਚੀਦਾ ਹੁੰਦਾ ਵੀ ਇਹ ਡਰ ਰਿਹਾ ਆ। ਕਬੱਡੀ ਪੰਜਾਬ ਦੀ ਖੇਡ ਆ। ਹਰੇਕ ਖੇਡਣ ਵਾਲੇ ਬੰਦੇ ਨੂੰ ਪਤਾ ਵੀ ਜਿਹੜਾ ਬੰਦਾ ਦਮ ਪਾ ਰਿਹਾ ਨਾ, ਜਿਹੜਾ ਰੀਡਰ ਆ, ਉਹਨੂੰ ਵੱਧ ਤੋਂ ਵੱਧ ਟਾਈਮ ਉਹਦਾ ਖਰਾਬ ਕਰੋ। ਪਹਿਲਾਂ ਉਹਨੂੰ ਟੱਚ ਨਾ ਕਰਨ ਦਿਓ। ਉਹਨੂੰ ਜਾਂਦੇ ਨੂੰ, ਜੇ ਮਾੜਾ ਵੀ ਆ ਉਹਨੂੰ ਜਾਂਦੇ ਨੂੰ ਨਾ ਫੜ ਲਿਓ। ਜੇ ਉਹਦੇ ਕੋਲ 30 ਸੈਕਿੰਡ ਆ, ਤੁਸੀਂ ਪਹਿਲੇ 5 ਸੈਕਿੰਡਾਂ ਦੇ ਵਿੱਚ ਫੜ ਲਿਆ ਉਹਨੂੰ, ਤੇ ਉਹਦੇ ਕੋਲ 25 ਸੈਕਿੰਡ ਆ ਆਪਣਾ ਦਮ ਰੱਖਣ ਦੇ ਲਈ। 25 ਸੈਕਿੰਡ ਦੇ ਵਿੱਚ ਉਹ ਧੱਕਾ ਦੇ ਕੇ ਤੁਹਾਨੂੰ ਬਾਹਰ ਸਿੱਟ ਸਕਦਾ, ਚੱਕ ਕੇ ਲਿਜਾ ਸਕਦਾ, ਸੱਟ ਲਾ ਸਕਦਾ, ਤੁਹਾਨੂੰ ਥਕਾਊਗਾ ਉਹ। ਹਰੇਕ ਸਟਾਪਰ ਚਾਹੁੰਦਾ ਆ ਪਹਿਲੇ 25 ਸੈਕਿੰਡ, 20 ਤੋਂ 25 ਸੈਕਿੰਡ ਪਹਿਲਾਂ ਪਿੱਛੇ ਨੂੰ ਹਟਦੇ ਜਾਓ, ਘੁੰਮੀ ਜਾਓ, ਘੁੰਮੀ ਜਾਓ। ਜਦੋਂ ਹੱਥ ਲਾਉਣ ਦਾ ਬੇਸ਼ੱਕ ਹੱਸਣ ਲੋਕ ਬਾਹਰੋਂ ਵੀ ਭਾਈ ਆ ਸਟਾਪਰ ਤਾਂ ਤਕੜਾ ਬਹੁਤ ਹੈ, ਡਰਦਾ ਕਾਤੇ ਆ, ਉਹ ਪਿੱਛੇ ਹਟੀ ਜਾਂਦਾ। ਉਹ ਹੰਭਾਰਿਆ ਹੁੰਦਾ, ਥਕਾਰਿਆ ਹੁੰਦਾ, ਟਾਈਮ ਲੰਘਾ ਰਿਹਾ ਹੁੰਦਾ। ਜਦੋਂ ਟਾਈਮ ਲੰਘ ਜਾਂਦਾ ਆ ਫਿਰ ਅਗਲਾ ਉਹਦਾ ਥੋੜੇ ਸੈਕਿੰਡਾਂ ਵਿੱਚ ਹੀ ਸਰ ਜਾਂਦਾ। ਉਹਨੂੰ ਪਤਾ ਮੈਨੂੰ ਧੱਕਾ ਮੁੱਕੀ ਵੀ ਕੀਤਾ ਥੋੜਾ ਜਿਹਾ ਨਾ, ਮੈਂ ਰੁਕਿਆ ਥੋੜਾ ਜਿਹਾ, 5 ਸੈਕਿੰਡ ਰਹਿੰਦੇ ਆ, 5 ਚੋਂ 3 ਸੈਕਿੰਡ ਜਮੇ ਇਹਦੇ ਖਰਾਬ ਕਰ ਦਿੱਤੇ, 2 ਚ ਤਾਂ ਦੌੜ ਕੇ ਵੀ ਨਹੀਂ ਜਾ ਹੋਣਾ ਇੱਥੇ। ਕਿਉਂਕਿ ਵਧੀਆ ਰੀਡਰ ਵੀ ਉਹਨੂੰ ਰੋਕਣੇ ਵਾਲਾ ਕੋਈ ਨਹੀਂ ਹੁੰਦਾ, ਫਿਰ ਵੀ ਟਾਈਮ ਕਰਕੇ ਹੀ ਉਹ ਨੰਬਰ ਤੋਂ ਗਵਾ ਜਾਂਦੇ ਆ। ਹੁਣ ਜਿਹੜਾ ਵਿਰੋਧੀ ਆ ਸਾਡਾ, ਉਹ ਸਾਡੇ ਨਾਲ ਕਿੱਦਾਂ ਖੇਡ ਰਿਹਾ ਆ। ਜੋ ਅਸੀਂ ਕਹਿ ਰਹੇ ਹਾਂ, ਅਸੀਂ ਕਹਿੰਦੇ ਆ 19 ਵਾਰ ਦਿੱਲੀ 19 ਵਾਰ ਜਿੱਤ ਕੇ ਛੱਡੀ ਆ ਅਸੀਂ, ਅੱਜ 20ਵੀਂ ਵਾਰ ਆਏ ਆ। ਅੱਜ ਖਾਲਸੇ ਦੀਆਂ ਗੁਰੂ ਦੀਆਂ ਫੌਜਾਂ ਆ ਗਈਆਂ, ਅੱਜ ਦਿਖਾਲਾਂਗੇ ਅਸੀਂ ਕਿ ਅੱਜ 20ਵੀਂ ਵਾਰ ਜਿਹਨੂੰ ਅਸੀਂ 20ਵੀਂ ਜਿੱਤ ਦੱਸਣਾ ਆ, ਇਤਿਹਾਸ ਨੇ 20ਵੀਂ ਜਿੱਤ ਕਰਕੇ ਉਹਨੂੰ ਦਰਜ ਕਰਨਾ ਆ, ਜਾਂ ਉਹਨ ਇਸ ਨਜ਼ਰੀਏ ਨਾਲ ਦੇਖਣਾ ਵੀ ਜਿਹਨੂੰ ਪਹਿਲਾਂ 19 ਵਾਰ ਜਿੱਤੀ ਕਹਿੰਦੇ ਆ, ਕਿਤੇ ਆਹੀ ਕੜੀ ਤਾਂ ਨਹੀਂ ਘੋਲੀ ਹੋਊਗੀ ਜਿਹੜੀ ਮੋਰਾਂ ਵਾਲੀ ਘੋਲ ਆ। ਕੱਲ ਬਲਜਿੰਦਰ ਹੁਣੀ ਗੱਲ ਕਰਦੇ ਸੀ, ਜਿਹੜੇ ਨਿਹੰਗ 20,000 ਦੀ ਗਿਣਤੀ ਚ ਕਹਿੰਦੇ 2,000 ਘੋੜਾ ਲੈ ਕੇ ਅਸੀਂ ਚੱਲ ਗਏ ਦਿੱਲੀ ਦੇ ਵਿੱਚ, ਉਹਨਾਂ ਨੂੰ ਕੋਈ ਜ਼ਿਮੀਂਦਾਰ, ਕੋਈ ਕਿਸਾਨ ਬਿਠਾਲ ਕੇ ਕਿਉਂ ਨਹੀਂ ਕਹਿੰਦਾ ਵੀ ਭਰਾਵੋ ਸਾਡੀਆਂ ਤਾਂ ਜ਼ਮੀਨਾਂ, ਸਾਡੀਆਂ ਤਾਂ ਫਸਲਾਂ ਉਜਾੜ ਦਿੱਤੀਆਂ ਤੁਸੀਂ, ਸਾਡੇ ਤਾਂ ਚਰੀਆਂ ਬਾਜਰੇ ਉਜਾੜ ਦਿੱਤੇ, 6-6 ਫੁੱਟ ਉੱਟੀਆਂ ਚਰੀਆਂ ਦੇ ਵਿੱਚ ਤੁਸੀਂ ਘੋੜਿਆਂ ਨੂੰ ਸੁਲਾਉਂਦੇ ਰਹੇ, ਲੰਮੇ ਪਾਉਂਦੇ ਰਹੇ ਆ। ਸਾਡੇ ਤਾਂ ਚਟਾਲੇ ਦੇ 3-3 ਲੌ ਹੋਣੇ ਸੀ, ਤੁਸੀਂ ਉੱਥੇ ਦੜਾ ਕੇ ਘੋਰੇ ਪਹਿਲੇ ਲੌ ਦੇ ਵਿੱਚ ਤੁਸੀਂ ਨੁਕਸਾਨ ਕਰਤਾ ਸਾਡਾ ਉਹੀ ਬਚਾ ਦਿਆ ਕਰੋ, ਇੱਥੇ ਕੀ ਫਾਇਦਾ ਕਰਨਾ। ਅੱਜ ਇੰਨੀ ਸੋਹਣੀ ਅਪਰਚੁਨਿਟੀ ਆ ਜ਼ਿਮੀਂਦਾਰਾਂ ਦੇ ਕੋਲ, ਜਿੰਨੀ ਗਿਣਤੀ ਚ ਅਸੀਂ ਇੰਡੀਆ ਤੋਂ ਬਾਹਰ ਬੈਠੇ ਆ। ਅੱਜ ਇੰਨੀ ਵਧੀਆ ਅਪਰਚੁਨਿਟੀ ਆ ਪੰਜਾਬ ਨੂੰ, ਜੇ ਇਹ ਜਿੰਨੇ ਜ਼ਿਮੀਂਦਾਰ ਆ ਜਾਣੀ, ਜੇ ਉਹ ਚਾਹੁਣ ਪੰਜਾਬ ਨੂੰ ਨਿਊਜ਼ੀਲੈਂਡ ਬਣਾ ਸਕਦੇ, ਪੰਜਾਬ ਨੂੰ ਟੋਰਾਂਟੋ ਬਣਾ ਸਕਦੇ ਆ। ਕੀ ਸਾਨੂੰ 5 ਇਮਾਨਦਾਰ ਬੰਦੇ ਵੀ ਨਹੀਂ ਲੱਭਦੇ ਯਾਰ? ਇੱਕ ਪਾਸੇ ਅਸੀਂ ਕਹਿੰਦੇ ਪੰਜਾਬ ਦਾ ਕਿਸਾਨ ਸਾਰੀ ਦੁਨੀਆ ਦਾ ਢਿੱਡ ਭਰਦਾ ਆ, ਦੂਜੇ ਪਾਸੇ ਜੀਤੇ ਹੁਣੀ ਭਾਟੜਿਆਂ ਵਾਂਗ ਲੱਗੇ ਉੱਥੇ, $20 $10 ਉਹਨਾਂ ਨੂੰ ਪਤਾ ਵੀ ਜੇ ਲੱਖ ਪੌਂਡ ਇਕੱਠਾ ਹੋ ਗਿਆ ਤੇ 28,000 ਪੌਂਡ ਸਿੱਧਾ ਉਹਨਾਂ ਦੇ ਖਾਤੇ 'ਚ ਪੈਣਾ। ਦੂਜੇ ਪਾਸੇ ਅਸੀਂ ਕਹਿੰਦੇ ਆ ਵੀ ਉਹ ਭੁੱਖ ਨਾਲ ਉੱਥੇ ਭੁੱਖੇ ਬੈਠੇ ਆ, ਉਹਨਾਂ ਨੂੰ ਅਸੀਂ ਲੰਗਰ ਲਾ ਕੇ ਦੇਣਾ। ਜਿਹੜੀ ਜ਼ਰੂਰਤ ਆ, ਉਹ ਜ਼ਰੂਰਤ ਇਸ ਗੱਲ ਦੀ ਆ ਵੀ ਕੋਈ ਪਲੈਨਿੰਗ ਬਣਾ ਕੇ, ਕੋਈ ਟੀਚਾ ਮਿੱਥ ਕੇ ਪ੍ਰਾਪਤ ਕੀ ਕਰਨਾ ਹੈ, ਵਿਰੋਧੀ ਕੋਲ ਤਾਕਤ ਕਿੰਨੀ ਆ,